ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਪਾਠ ਚੌਥਾ ਸਟਾਰਟ ਕਰਾਂਗੇ ਪੰਜਾਬੀ ਵਿਆਕਰਨ ਦਾ, ਜਿਹਦਾ ਨਾਂ ਹੈ ਲਿਪੀ। ਲਿਪੀ ਨੂੰ ਅੰਗਰੇਜ਼ੀ ਵਿੱਚ ਸਕ੍ਰਿਪਟ ਕਹਿੰਦੇ ਨੇ। ਪਿਆਰੇ ਬੱਚਿਓ, ਭਾਸ਼ਾ ਦੇ ਦੋ ਰੂਪ ਹੁੰਦੇ ਹਨ, ਬੋਲਚਾਲ ਦਾ ਰੂਪ ਅਤੇ ਲਿਖਤੀ ਰੂਪ। ਭਾਸ਼ਾ ਦੇ ਦੋ ਰੂਪ ਹੁੰਦੇ ਹਨ, ਪਹਿਲਾ ਬੋਲਚਾਲ ਦਾ ਰੂਪ ਤੇ ਦੂਜਾ ਲਿਖਤੀ ਰੂਪ। ਪਹਿਲੇ ਦਾ ਸੰਬੰਧ ਦੁਨੀਆ ਨਾਲ ਹੈ ਤੇ ਦੂਜੇ ਦਾ ਸੰਬੰਧ ਲਿਪੀ ਨਾਲ। ਪਹਿਲਾ ਮਤਲਬ ਬੋਲਚਾਲ ਦਾ ਰੂਪ, ਬੋਲਚਾਲ ਦੇ ਰੂਪ ਦਾ ਸੰਬੰਧ ਹੈ ਦੁਨੀਆ ਨਾਲ, ਤੇ ਦੂਜਾ ਲਿਖਤੀ ਰੂਪ ਦਾ ਸੰਬੰਧ ਲਿਪੀ ਨਾਲ ਹੈ। ਦੁਨੀਆ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਚਿੰਨ੍ਹ ਬਣਾਏ ਜਾਂਦੇ ਹਨ, ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਧੁਨੀਆਂ ਮਤਲਬ ਜੋ ਅਸੀਂ ਬੋਲਦੇ ਹਾਂ, ਆਵਾਜ਼ ਨੂੰ ਧੁਨੀ ਕਹਿੰਦੇ ਨੇ। ਜੋ ਅਸੀਂ ਬੋਲਦੇ ਹਾਂ ਉਸ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ, ਲਿਖਣ ਲਈ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ, ਜਿਹੜੇ ਚਿੰਨ੍ਹ ਯੂਜ਼ ਕਰਦੇ ਹਾਂ, ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਉਹਨਾਂ ਦੇ ਸਮੂਹ ਨੂੰ, ਜਿਵੇਂ ਚਿੰਨ੍ਹ ਹੋ ਗਿਆ ਕੰਨੇ ਦੀ ਮਾਤਰਾ, ਸਿਹਾਰੀ ਦੀ ਮਾਤਰਾ, ਤੇ ਉਹਨਾਂ ਚਿੰਨ੍ਹਾਂ ਨੂੰ, ਤੇ ਉਹਨਾਂ ਨੂੰ ਲਿਪੀ ਕਿਹਾ ਜਾਂਦਾ ਹੈ। ਭਾਸ਼ਾ ਅਤੇ ਲਿਪੀ। ਭਾਸ਼ਾ ਸਾਡੇ ਵਿਚਾਰਾਂ ਜਾਂ ਭਾਵਾਂ ਦੇ ਪ੍ਰਗਟਾਵੇ ਦਾ ਸਾਧਨ ਹੈ। ਭਾਸ਼ਾ ਸਾਡੇ ਵਿਚਾਰਾਂ ਜਾਂ ਭਾਵਾਂ ਦੇ ਪ੍ਰਗਟਾਵੇ ਦਾ ਸਾਧਨ ਹੈ। ਪਹਿਲਾ ਭਾਸ਼ਾ ਦਾ ਬੋਲ ਚਾਲ ਦਾ ਰੂਪ ਪੈਦਾ ਹੁੰਦਾ ਹੈ। ਇਸ ਦਾ ਲਿਖਤੀ ਰੂਪ ਵਿੱਚ ਬਾਅਦ ਵਿੱਚ ਹੋਂਦ ਵਿੱਚ ਆਉਂਦਾ ਹੈ। ਇਸ ਦਾ ਲਿਖਤੀ ਰੂਪ ਬਾਅਦ ਵਿੱਚ ਹੋਂਦ ਵਿੱਚ ਆਉਂਦਾ ਹੈ। ਇਸ ਦਾ ਭਾਵ ਇਹ ਹੈ ਕਿ ਪਹਿਲਾਂ ਭਾਸ਼ਾ ਪੈਦਾ ਹੁੰਦੀ ਹੈ ਅਤੇ ਲਿਪੀ ਬਾਅਦ ਵਿੱਚ ਹੋਂਦ ਵਿੱਚ ਆਉਂਦੀ ਹੈ। ਪੰਜਾਬੀ ਭਾਸ਼ਾ ਵੀ ਪਹਿਲਾਂ ਪੈਦਾ ਹੋਈ ਅਤੇ ਇਸ ਦੀ ਲਿਪੀ ਬਾਅਦ ਵਿੱਚ ਹੋਂਦ ਵਿੱਚ ਆਈ। ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਲਿਪੀ ਹੋਂਦ ਵਿੱਚ ਆਈ, ਉਸ ਨੂੰ ਗੁਰਮੁਖੀ ਦਾ ਨਾਂ ਦਿੱਤਾ ਗਿਆ। ਹਿੰਦੀ ਭਾਸ਼ਾ ਦੀ ਲਿਪੀ ਦਾ ਨਾਂ ਦੇਵਨਾਗਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਂ ਰੋਮਨ ਹੈ। ਇਸ ਤਰ੍ਹਾਂ ਭਾਸ਼ਾ ਅਤੇ ਲਿਪੀ ਵਿੱਚ ਭਿੰਨਤਾ ਹੈ। ਭਿੰਨਤਾ ਮਤਲਬ ਡਿਫਰੈਂਸ ਹੈ। ਭਾਸ਼ਾ ਅਤੇ ਲਿਪੀ ਵਿੱਚ ਭਾਸ਼ਾ ਸਾਡੇ ਵਿਚਾਰਾਂ ਜਾਂ ਭਾਵਾਂ ਦਾ ਪ੍ਰਗਟਾਵੇ ਦਾ ਸਾਧਨ ਹੈ। ਭਾਸ਼ਾ ਕੀ ਹੁੰਦਾ ਹੈ? ਜੋ ਅਸੀਂ ਵਿਚਾਰ ਮਤਲਬ ਸੋਚਦੇ ਹਾਂ, ਤੇ ਭਾਵ ਫੀਲਿੰਗਸ ਨੂੰ ਪ੍ਰਗਟਾਉਣ ਦਾ ਸਾਧਨ ਹੈ ਭਾਸ਼ਾ। ਪਹਿਲਾ ਭਾਸ਼ਾ ਦਾ ਬੋਲਚਾਲ ਦਾ ਰੂਪ ਪੈਦਾ ਹੁੰਦਾ ਹੈ। ਪਹਿਲਾ ਭਾਸ਼ਾ ਦਾ ਬੋਲਚਾਲ ਵਾਲਾ ਰੂਪ ਪੈਦਾ ਆਉਂਦਾ ਹੈ। ਫਿਰ ਬਾਅਦ ਵਿੱਚ ਲਿਖਤੀ ਰੂਪ ਵਿੱਚ ਹੋਂਦ ਵਿੱਚ ਆਉਂਦਾ ਹੈ। ਇਸ ਦਾ ਭਾਵ ਹੈ ਕਿ ਪਹਿਲਾ ਭਾਸ਼ਾ ਮਤਲਬ ਇਹਦਾ ਮਤਲਬ ਹੈ ਕਿ ਪਹਿਲੇ ਭਾਸ਼ਾ ਪੈਦਾ ਹੁੰਦੀ ਹੈ, ਫਿਰ ਉਹ ਲਿਪੀ ਵਿੱਚ ਹੋਂਦ ਵਿੱਚ ਆਉਂਦੀ ਹੈ, ਲਿਪੀ ਦੇ ਹੋਂਦ ਵਿੱਚ ਆਉਂਦੀ ਹੈ। ਪੰਜਾਬੀ ਭਾਸ਼ਾ ਵੀ ਪਹਿਲਾਂ ਪੈਦਾ ਹੋਈ ਤੇ ਬਾਅਦ ਵਿੱਚ ਇਹ ਲਿਪੀ ਵਿੱਚ ਹੋਂਦ ਵਿੱਚ ਆਈ। ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਲਿਪੀ ਹੋਂਦ ਵਿੱਚ ਆਈ, ਉਸ ਨੂੰ ਗੁਰਮੁਖੀ ਦਾ ਨਾਂ ਦਿੱਤਾ ਗਿਆ। ਪੰਜਾਬੀ ਭਾਸ਼ਾ ਜਦੋਂ ਲਿਖਤੀ ਰੂਪ ਵਿੱਚ ਆਈ ਤਾਂ ਉਸ ਦੀ ਲਿਪੀ ਨੂੰ ਗੁਰਮੁਖੀ ਕਿਹਾ ਗਿਆ। ਹਿੰਦੀ ਭਾਸ਼ਾ ਦੀ ਲਿਪੀ ਦਾ ਨਾਂ ਹੈ ਦੇਵਨਾਗਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਂ ਰੋਮਨ ਹੈ। ਇਸ ਤਰ੍ਹਾਂ ਭਾਸ਼ਾ ਅਤੇ ਲਿਪੀ ਵਿੱਚ ਭਿੰਨਤਾ ਹੈ। ਇਸ ਤਰ੍ਹਾਂ ਮਤਲਬ ਐਵੇਂ ਭਾਸ਼ਾ ਤੇ ਲਿਪੀ ਵਿੱਚ ਭਿੰਨਤਾ, ਡਿਫਰੈਂਸ ਹੈ। ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਬਣਾਏ ਗਏ ਹਨ, ਉਹਨਾਂ ਦੇ ਸਮੂਹ ਨੂੰ ਹੀ ਗੁਰਮੁਖੀ ਲਿਪੀ ਦਾ ਨਾਂ ਦਿੱਤਾ ਜਾਂਦਾ ਹੈ। ਗੁਰਮੁਖੀ ਅੱਖਰਮਾਲਾ ਦੇ ਮੁੱਲ ਚਿੰਨ੍ਹਾਂ ਦੀ ਗਿਣਤੀ 35 ਹੈ। 35 ਪਹਿਲਾਂ ਸੀ। ਇਸ ਲਈ ਇਸ ਅੱਖਰਮਾਲਾ ਨੂੰ 35 ਅੱਖਰੀ ਕਿਹਾ ਜਾਂਦਾ ਸੀ। ਬਿੰਦੀਆਂ ਵਾਲੇ ਅੱਖਰ ਮਿਲਾਏ ਜਾਣ ਨਾਲ ਇਹ ਗਿਣਤੀ 41 ਹੋ ਗਈ ਹੈ। ਅਰਬੀ ਫਾਰਸੀ ਧੁਨੀਆਂ ਨੂੰ
ਅਕਿੰਤ ਕਰਨ ਲਈ ਅੱਖਰਮਾਲਾ ਦੇ 5 ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਕੇ ਇਹ 5 ਨਵੇਂ ਚਿੰਨ੍ਹ ਬਣ ਗਏ ਹਨ। ਸੱਸੇ ਪੈਰ ਬਿੰਦੀ ਸ਼, ਖੱਖੇ ਪੈਰ ਬਿੰਦੀ ਖ, ਗੱਗੇ ਪੈਰ ਬਿੰਦੀ ਗ, ਜੱਜੇ ਪੈਰ ਬਿੰਦੀ ਜ਼, ਫੱਫੇ ਪੈਰ ਬਿੰਦੀ ਫ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਮੂਹ ਵਿੱਚ ਲਿਪੀ ਲਿਖਣ ਲਈ ਜਿਹੜੇ ਚਿੰਨ੍ਹ ਬਣਾਏ ਗਏ ਹਨ ਉਹਨਾਂ ਨੂੰ ਗੁਰਮੁਖੀ ਦਾ ਨਾਂ ਦਿੱਤਾ ਗਿਆ ਹੈ। ਗੁਰਮੁਖੀ ਅੱਖਰਮਾਲਾ ਦੇ ਮੁੱਲ ਚਿੰਨ੍ਹਾਂ ਦੀ ਗਿਣਤੀ ਪਹਿਲਾਂ 35 ਸੀ। ਗੁਰਮੁਖੀ ਜਿਹੜੇ 35 ਅੱਖਰੀ ਲਿਖਦੇ ਹਾਂ ਸੀ ਉਹਦੇ ਵਿੱਚ ਪਹਿਲਾਂ 35 ਅੱਖਰ ਸੀ ਅਤੇ ਇਸ ਲਈ ਇਸ ਦਾ ਨਾਂ 35 ਅੱਖਰੀ ਪਿਆ ਸੀ। ਇਸ ਲਈ 35 ਅੱਖਰੀ ਦਾ ਨਾਂ 35 ਅੱਖਰ ਪਿਆ ਸੀ। ਬਿੰਦੀਆਂ ਵਾਲੇ ਅੱਖਰ ਬਿੰਦੀਆਂ ਵਾਲੇ ਅੱਖਰ ਬਾਅਦ ਵਿੱਚ ਆਏ। 41 ਹੋ ਗਈ ਫਿਰ ਉਹਨਾਂ ਦੀ ਗਿਣਤੀ 41। ਅਰਬੀ ਫਾਰਸੀ ਧੁਨੀਆਂ ਨੂੰ ਇਕੱਠ ਕਰਨ ਲਈ ਅੱਖਰਮਾਲਾ ਦੇ 5 ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਕੇ, ਜਿਵੇਂ ਅਰਬੀ ਅਤੇ ਫਾਰਸੀ ਹੈ ਅਤੇ ਉਹਨਾਂ ਦੀ ਧੁਨੀਆਂ ਮਤਲਬ ਆਵਾਜ਼ ਨੂੰ ਪੰਜਾਬੀ ਵਿੱਚ ਬੋਲਣ ਲਈ ਅੱਖਰਮਾਲਾ ਵਿੱਚ 5 ਨਵੇਂ ਅੱਖਰ ਜੋੜੇ ਗਏ। ਉਹ ਸੀ ਇਹ 5 ਸੱਸੇ ਪੈਰ ਬਿੰਦੀ ਸ਼, ਖੱਖੇ ਪੈਰ ਬਿੰਦੀ ਗ, ਗੱਗੇ ਪੈਰ ਬਿੰਦੀ ਗ, ਜੱਜੇ ਪੈਰ ਬਿੰਦੀ ਜ਼, ਫੱਫੇ ਪੈਰ ਬਿੰਦੀ ਫ। ਬਾਅਦ ਵਿੱਚ ਲ ਦੇ ਪੈਰ ਵਿੱਚ ਬਿੰਦੀ ਲਾ ਕੇ ਇਹ ਨਵਾਂ ਚਿੰਨ੍ਹ ਆਇਆ ਲੱਲੇ ਪੈਰ ਬਿੰਦੀ ਲ ਬਣਾਇਆ ਗਿਆ। ਸਧਾਰਨ ਲ ਅਤੇ ਬਿੰਦੀ ਵਾਲੇ ਲੱਲੇ ਪੈਰ ਬਿੰਦੀ ਲ ਵਾਲੇ ਦੇ ਉਚਾਰਨ ਵਿੱਚ ਫਰਕ ਹੈ। ਕਈ ਥਾਵਾਂ ਤੇ ਸਧਾਰਨ ਲ ਦੀ ਥਾਂ ਬਿੰਦੀ ਵਾਲੇ ਲੱਲੇ ਪੈਰ ਬਿੰਦੀ ਲ ਦੀ ਵਰਤੋਂ ਨਾਲ ਅੱਖਰ ਵਿੱਚ ਵੀ ਤਬਦੀਲੀ ਮਤਲਬ ਫਰਕ ਆ ਜਾਂਦਾ ਹੈ। ਤਬਦੀਲੀ ਆਉਂਦੀ ਹੈ। ਜਿਵੇਂ ਬੋਲੀ ਮਤਲਬ ਬੋਲੀ। ਪੰਜਾਬੀ ਬੋਲੀ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਬੋਲੀ ਲ ਜਿਹੜਾ ਨੀਚੇ ਬਿੰਦੀ ਪਾਤੀ, ਸੁਰਿੰਦਰ ਦੀ ਮਾਂ ਤਾਂ ਬੋਲੀ ਹੈ। ਉਸ ਨੂੰ ਸੁਣਦਾ ਹੀ ਨਹੀਂ। ਸੁਰਿੰਦਰ ਦੀ ਮਾਂ ਤਾਂ ਬੋਲੀ ਹੈ ਮਤਲਬ ਉਸਦੀ ਮਾਂ ਬੋਲੀ ਹੈ ਪਰ ਸੁਰਿੰਦਰ ਸੁਣਦਾ ਨਹੀਂ। ਗੁਰਮੁਖੀ ਅੱਖਰਮਾਲਾ ਇਹ ਪੂਰੀ 35 ਅੱਖਰੀ ਦਿੱਤੀ ਹੋਈ ਹੈ। ਗੁਰਮੁਖੀ ਅੱਖਰਮਾਲਾ ਪੂਰੀ ਦਿੱਤੀ ਹੋਈ ਹੈ ਅਤੇ ਪੜ੍ਹਾਂਗੇ ਅਸੀਂ। ਊੜਾ, ਆੜਾ, ਈੜੀ ਇਹ ਨੇ ਸਵਰ ਅੱਖਰ। ਸਵਰ ਵਾਹਕ ਮਤਲਬ ਇਹ ਸਵਰ ਹਨ, ਇਹਨਾਂ ਦਾ ਇਹ ਯੂਜ਼ ਹੁੰਦੇ ਹਨ। ਜਿਵੇਂ ਸਵਰ ਅਤੇ ਸਵਰ ਨੂੰ ਜੋੜ ਕੇ ਵਿਅੰਜਨ ਬਣਦੇ ਹਨ, ਉਵੇਂ ਹੀ ਇਹ ਊੜਾ, ਆੜਾ, ਈੜੀ ਸਵਰ ਅੱਖਰ, ਸਵਰ ਵਾਹਕ। ਸੱਸਾ, ਹਾਹਾ ਪੈਰ ਵਿੱਚ ਪੈਨ ਲਿਖਣ ਵਾਲੇ ਅੱਖਰ। ਪੈਰ ਵਿੱਚ ਪੈਂਦਾ ਹੈ ਹ ਅਤੇ ਹੋਰ ਵੀ ਨੇ ਵ ਅਤੇ ਰ, ਹ, ਵ, ਰ ਇਹ ਪੈਰ ਵਿੱਚ ਪੈਂਦੇ ਨੇ ਅੱਖਰ। ਕੱਕਾ, ਖੱਖਾ, ਗੱਗਾ, ਘੱਗਾ, ਚੱਚਾ, ਛੱਛਾ, ਜੱਜਾ, ਝੱਝਾ, ਟੈਂਕਾ, ਠੱਠਾ, ਡੱਡਾ, ਢੱਡਾ, ਤੱਤਾ, ਥੱਥਾ, ਦੱਦਾ, ਤੱਦਾ, ਪੱਪਾ, ਫੱਫਾ, ਬੱਬਾ, ਪੱਬਾ, ਯਯਾ, ਰਾਰਾ, ਲਾਲਾ, ਵਾਵਾ, ਰਾੜਾ। ਅਤੇ ਇਹ ਜਿਹੜੇ ਅੱਖਰ ਨੇ ਨ ਵਾਲੇ ਅਈਆਂ, ਨਾਣਾ, ਨੰਨਾ, ਨੰਨਾ, ਮੰਮਾ ਇਹ ਨੇ ਨਾਸਕੀ ਵਿਅੰਜਨ। ਮਤਲਬ ਇਹਨਾਂ ਨੂੰ ਬੋਲਣ ਜਦੋਂ ਅਸੀਂ ਬੋਲਦੇ ਹਾਂ ਤਾਂ ਨੱਕ ਵਿੱਚੋਂ ਉਹ ਆਉਂਦੀ ਹੈ, ਹਵਾ ਆਉਂਦੀ ਹੈ, ਗਰਮ ਹਵਾ, ਤਾਂ ਇਹ ਸ਼ਬਦ ਬੋਲੇ ਜਾਂਦੇ ਨੇ ਅੱਖਰ। ਇਹ ਜਿਹੜੇ ਸਾਰੇ ਹਨ ਕੱਕਾ, ਖੱਖਾ ਵਾਲੇ, ਕੱਕਾ ਤੋਂ ਲੈ ਕੇ ਪੱਬਾ ਤੱਕ ਇਹ ਵਿਅੰਜਨ ਨੇ। य, र, यया, वावा, राड़ा ਇਹ ਨੇ ਯਯਾ, ਵਾਵਾ। ਅਰਧ ਸਵਰ ਯਯਾ, ਵਾਵਾ ਅਰਧ ਸਵਰ ਨੇ ਅਤੇ ਇਹ ਬਿੰਦੀਆਂ ਵਾਲੇ ਅੱਖਰ ਨੇ। ਇਹ ਸੀ ਸਾਡੀ ਗੁਰਮੁਖੀ ਅੱਖਰਮਾਲਾ।